ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨ ਸੁਣਈ ਬੋਲਾ। ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚਬੋਲਾ। ਪੈਰੀ ਪੈ ਪਾ ਖਾਕ ਹੋਏ, ਚਰਨ ਧੋਏ ਚਰਨ ਉਦਕ ਝੋਲਾ। ਚਰਨ ਕਵਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਿਰੋਲਾ। ਜੀਵਨ ਮੁਕਤ ਸਚਾਵਾ ਚੋਲਾ, ਜੀਵਨ ਮੁਕਤ ਸਚਾਵਾ ਚੋਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਜੀਵਨ ਮੁਕਤ ਗੁਰਸਿੱਖ ਦੀ ਕਰਨੀ ਦਾ ਜ਼ਿਕਰ ਕਰ ਰਹੇ ਨੇ। ਗੁਰੂ ਕੇ ਸਿੱਖ ਦੇ ਵਿੱਚ ਬਹੁਤ ਸਾਰੇ ਗੁਣ ਹਨ। ਉਹ ਚਤਰਾਈਆਂ ਚਲਾਕੀਆਂ ਨਹੀਂ ਵਰਤਦਾ, ਸਤਿਗੁਰੂ ਦੇ ਦਰਸ਼ਨ ਦੇਖਦਾ ਏ, ਸ਼ਬਦ ਦੇ ਨਾਲ ਸੁਰਤ ਜੋੜੀ ਰੱਖਦਾ ਹੈ। ਸੋ ਆਓ ਪਿਆਰ ਭਾਵਨਾ ਦੇ ਨਾਲ ਸਰਵਣ ਕਰੋ। ਵਾਹਿਗੁਰੂ ਜੀ। ਗੁਰ ਸਿੱਖੀ ਗੁਰ ਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਚੌਥੀ ਵਾਰ ਦੀ ਇਹ 17ਵੀਂ ਪੌੜੀ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਗੁਰੂ ਕਾ ਸਿੱਖ ਕੀ ਕਰਦਾ ਹੈ। ਪਹਿਲਾ ਗੁਣ ਉਹਦੇ ਵਿੱਚ ਇਹ ਹੈ, ਗੁਰਸਿੱਖ ਦੇ ਵਿੱਚ ਉਹ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਦਾ ਹੈ, ਉਸ ਸਿੱਖਿਆ 'ਤੇ ਅਮਲ ਕਰਦਾ ਹੈ, ਚੱਲਦਾ ਹੈ। ਅੰਦਰ ਸਿਆਣਾ, ਜਿਸ ਕਰਕੇ ਉਹ ਆਪਣੇ ਅੰਦਰੋਂ ਬਹੁਤ ਸਿਆਣਾ ਹੈ, ਅੰਤਰਾਤਮੇ ਬਹੁਤ ਸਿਆਣਾ ਹੈ, ਸੋਝੀ ਵਾਲਾ ਹੈ, ਅਕਲ ਵਾਲਾ ਹੈ। ਬਾਹਰ ਭੋਲਾ, ਅਤੇ ਬਾਹਰੋਂ ਉਹ ਵੇਖਣ ਨੂੰ ਬਹੁਤ ਭੋਲਾ ਸਿੱਧ ਪੱਧਰਾ ਨਜ਼ਰ ਆਉਂਦਾ ਹੈ, ਪਰ ਉਹ ਸਿਆਣਾ ਹੈ, ਸੂਝਵਾਨ ਹੈ, ਅਕਲ ਵਾਲਾ ਹੈ। ਪਰ ਲੋਕ ਵੇਖ ਕੇ ਕਹਿੰਦੇ ਤੇ ਭੋਲਾ ਬੰਦਾ, ਇਹਨੂੰ ਕੀ ਪਤਾ ਇਹਨਾਂ ਗੱਲਾਂ ਦਾ, ਇਹ ਕੀ ਜਾਣੇ। ਪਤਾ ਉਹਨੂੰ ਸਾਰਾ ਹੁੰਦਾ ਹੈ, ਜਾਣਕਾਰ ਹੈ, ਗਿਆਨਵਾਨ ਹੈ। ਪਰ ਲੋਕ ਜਿਹੜੇ ਨੇ ਨਾ, ਉਹਨਾਂ ਦੀ ਸਮਝ ਗਲਤ ਹੈ। ਉਹ ਸਮਝ ਲੈਂਦੇ ਵੀ ਇਹਨੂੰ ਕੁਝ ਪਤਾ ਨਹੀਂ। ਭਾਈ ਸਾਹਿਬ ਜੀ ਕਹਿੰਦੇ ਉਹ ਅੰਦਰੋਂ ਸਿਆਣਾ ਹੈ ਅਤੇ ਬਾਹਰੋਂ ਬਹੁਤ ਭੋਲਾ ਹੁੰਦਾ ਹੈ। ਸ਼ਬਦ ਸੁਰਤ ਸਾਵਧਾਨ ਹੋਏ, ਵਿਣ ਗੁਰ ਸ਼ਬਦ ਨ ਸੁਣਈ ਬੋਲਾ। ਦੂਜਾ ਗੁਣ ਹੈ ਗੁਰਸਿੱਖ ਦੇ ਵਿੱਚ, ਉਹ ਸ਼ਬਦ ਦੇ ਵਿੱਚ ਧਿਆਨ ਲਾ ਕੇ ਰੱਖਦਾ ਹੈ ਅਤੇ ਸਾਵਧਾਨ ਰਹਿੰਦਾ, ਸੁਚੇਤ ਰਹਿੰਦਾ ਹੈ। ਸ਼ਬਦ ਦੇ ਵਿੱਚ ਸੁਰਤ ਜੋੜੀ ਰੱਖਦਾ ਹੈ
ਤੇ ਬਿਲਕੁਲ ਸਾਵਧਾਨ ਸੁਚੇਤ ਰਹਿੰਦਾ ਹੈ। ਕਿਉਂਕਿ ਜੇ ਬੰਦਾ ਸਾਵਧਾਨ ਸੁਚੇਤ ਨਹੀਂ ਹੋਵੇਗਾ, ਉਹ ਫਿਰ ਦੁਰਘਟਨਾ ਦਾ ਸ਼ਿਕਾਰ ਹੋ ਜਾਏਗਾ। ਉਹ ਵਿਕਾਰਾਂ ਵੱਲੋਂ ਸੁਚੇਤ ਰਹਿੰਦਾ ਹੈ। ਵਿਣ ਗੁਰ ਸ਼ਬਦ ਨ ਸੁਣਈ ਬੋਲਾ। ਗੁਰੂ ਦੇ ਸ਼ਬਦ ਨੂੰ ਸੁਣਦਾ ਹੈ। ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਕੁਝ ਨਹੀਂ ਉਹ ਸੁਣਨਾ ਚਾਹੁੰਦਾ। ਮਾਨੋ ਬੋਲਾ ਹੋਵੇ, ਜਿਵੇਂ ਬੋਲੇ ਨੂੰ ਕੁਝ ਨਹੀਂ ਨਾ ਸੁਣਦਾ, ਸਿਰਫ ਉਹ ਸ਼ਬਦ ਨੂੰ ਹੀ ਸੁਣਦਾ, ਹੋਰ ਕੋਈ ਗੱਲਾਂ ਨਹੀਂ ਸੁਣਦਾ। ਵਾਧੂ ਦੀਆਂ ਗੱਲਾਂ ਦੇ ਨਾਲ ਉਹਦਾ ਕੋਈ ਲਗਾਵ ਨਹੀਂ ਹੁੰਦਾ। ਲੋਕਾਂ ਨੂੰ ਨਿੰਦਿਆ ਵਿੱਚੋਂ, ਚੁਗਲੀ ਵਿੱਚੋਂ ਰਸ ਆਉਂਦਾ ਹੈ, ਉਹ ਨਿੰਦਿਆ ਚੁਗਲੀ ਸੁਣਦਾ ਹੀ ਨਹੀਂ ਹੈ, ਸਿਰਫ ਸ਼ਬਦ ਨੂੰ ਸੁਣਦਾ ਹੈ। ਬਾਕੀ ਕੁਝ ਸੁਣਨ ਵੱਲੋਂ ਬੋਲਾ ਹੋ ਜਾਂਦਾ ਹੈ, ਮੈਨੂੰ ਸੁਣਦਾ ਹੀ ਨਹੀਂ। ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਵਿਣ ਅੰਨਾ ਖੋਲਾ। ਉਹ ਨੇਤਰਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਦੇਖਦਾ ਹੈ, ਸਾਧ ਸੰਗਤ ਦੇ ਵਿੱਚ ਚੱਲ ਕੇ ਆਉਂਦਾ ਹੈ, ਗੁਰੂ ਦੇ ਦਰਸ਼ਨ ਦੇਖਦਾ ਹੈ, ਸ਼ਬਦ ਦੀ ਵਿਚਾਰ ਸੁਣਦਾ ਹੈ। ਅਤੇ ਸਾਧ ਸੰਗਤ ਅਤੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਉਹ ਹੋਰ ਕਿਸੇ ਨੂੰ ਨਹੀਂ ਦੇਖਦਾ। ਅੰਨਾ ਖੋਲਾ, ਜਿਵੇਂ ਅੰਨਾ ਕਾਣਾ ਹੁੰਦਾ ਨਾ ਕੋਈ ਬੰਦਾ, ਉਹਨੂੰ ਨਜ਼ਰ ਨਹੀਂ ਆਉਂਦਾ, ਸਿਰਫ ਉਹਦੇ ਮਨ ਵਿੱਚ ਤਾਂਘ ਗੁਰੂ ਦੇ ਦਰਸ਼ਨਾਂ ਦੀ ਹੁੰਦੀ ਹੈ। ਸੰਸਾਰੀ ਲੋਕ ਨੇ ਨਾ ਜਿਹੜੇ, ਇਹ ਦੁਨੀਆ ਦੇ ਰੰਗ ਤਮਾਸ਼ੇ ਵੇਖਣ ਵਾਸਤੇ ਅੱਗੇ ਵੱਧਦੇ ਨੇ। ਕਿਤੇ ਸਟੇਜ 'ਤੇ ਕੋਈ ਨਾਚ ਗਾਣਾ ਹੋ ਰਿਹਾ ਵੇ, ਲੋਕ ਉੱਤੋਂ ਦੀ ਡਿੱਗ ਡਿੱਗ ਪੈਂਦੇ ਨੇ ਵੀ ਅੱਗੇ ਵੱਧ ਕੇ ਵੇਖੀਏ। ਉਹ ਇਹਨਾਂ ਚੀਜ਼ਾਂ ਵੱਲੋਂ, ਦੁਨੀਆ ਦੇ ਰੰਗ ਤਮਾਸ਼ੇ, ਨਾਚ ਗਾਣੇ ਵੇਖਣ ਵੱਲੋਂ ਉਹ ਅੰਨਾ ਕਾਣਾ ਹੈ, ਉਹ ਨਹੀਂ ਵੇਖਦਾ। ਸਿਰਫ ਗੁਰੂ ਦਾ ਦਰਸ਼ਨ, ਸਾਧ ਸੰਗਤ ਦਾ ਦਰਸ਼ਨ ਦੇਖਦਾ ਹੈ। ਵਾਹਿਗੁਰੂ ਗੁਰ ਸ਼ਬਦ ਲੈ, ਪਿਰਮ ਪਿਆਲਾ ਚੁੱਪ ਚਬੋਲਾ। ਕਰਨੀ ਵਾਲੇ ਗੁਰਸਿੱਖ ਦੇ ਵਿੱਚ ਚੌਥਾ ਗੁਣ ਇਹ ਹੈ, ਵਾਹਿਗੁਰੂ ਗੁਰ ਸ਼ਬਦ ਲੈ। ਵਾਹਿਗੁਰੂ ਜਿਹੜਾ ਗੁਰਮੰਤਰ ਹੈ, ਇਹ ਸ਼ਬਦ ਗੁਰੂ ਤੋਂ ਉਪਦੇਸ਼ ਲੈਂਦਾ ਹੈ ਅਤੇ ਪ੍ਰੇਮ ਪਿਆਲੇ ਨੂੰ ਚੁੱਪ ਕਰਕੇ ਪੀ ਜਾਂਦਾ ਹੈ, ਰੌਲਾ ਨਹੀਂ ਪਾਉਂਦਾ। ਉਹ ਵਾਹਿਗੁਰੂ ਮੰਤਰ ਦਾ ਸਿਮਰਨ ਕਰਦਾ ਹੈ ਅਤੇ ਇਸ ਪ੍ਰੇਮ ਦੇ ਪਿਆਲੇ ਨੂੰ, ਪ੍ਰੇਮ ਰਸ ਦੇ ਪਿਆਲੇ ਨੂੰ ਚੁੱਪ ਚਾਪ ਪੀਂਦਾ ਹੈ। ਭਾਵ ਨਾਮ ਦੇ ਰਸ ਦੇ ਵਿੱਚ ਉਹ ਮਸਤ ਰਹਿੰਦਾ ਹੈ। ਪੈਰੀਂ ਪੈ ਪਾ ਖਾਕ ਹੋਏ, ਚਰਨ ਧੋਏ ਚਰਨ ਉਦਕ ਝੋਲਾ। ਉਹ ਚਰਨ ਧੂੜ ਬਣ ਕੇ ਗੁਰਸਿੱਖਾਂ ਦੀ ਚਰਨੀ ਪੈਂਦਾ ਹੈ, ਜਾਂ ਉਹ ਚਰਨ ਧੂੜ ਬਣ ਕੇ ਸਤਿਗੁਰੂ ਦੇ ਚਰਨਾਂ 'ਤੇ ਪੈਂਦਾ ਹੈ। ਚਰਨ ਧੋਏ ਚਰਨ ਉਦਕ ਝੋਲਾ, ਅਤੇ ਗੁਰੂ ਦੇ ਚਰਨਾਂ ਨੂੰ ਧੋ ਕੇ ਗੁਰੂ ਦੇ ਚਰਨਾਂ ਦਾ ਅੰਮ੍ਰਿਤ ਜਿਹੜਾ ਉਹ ਪ੍ਰਾਪਤ ਕਰਦਾ ਹੈ, ਚਰਨਾਮ੍ਰਿਤ ਲੈਂਦਾ ਹੈ। ਸੋ ਇਹ ਗੁਰਸਿੱਖ ਜਿਹੜਾ ਕਰਨੀ ਵਾਲਾ ਨਾ, ਉਹਦਾ ਪੰਜਵਾਂ ਗੁਣ ਹੈ। ਚਰਨ ਕਵਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਿਰੋਲਾ। ਕਰਨੀ ਵਾਲੇ ਸਿੱਖ ਦਾ ਛੇਵਾਂ ਗੁਣ ਕੀ ਹੈ? ਉਹ ਗੁਰੂ ਦੇ ਚਰਨਾਂ ਕਮਲਾਂ ਦਾ ਆਪਣੇ ਚਿੱਤ ਨੂੰ ਭੌਰਾ ਬਣਾ ਲੈਂਦਾ ਹੈ। ਜਿਵੇਂ ਭੌਰਾ ਆਸ਼ਿਕ ਹੁੰਦਾ ਨਾ, ਕੌਲ ਫੁੱਲ ਦਾ ਗੁੰਜਾਰ ਪਾਉਂਦਾ ਆ ਕੇ ਮਸਤ ਹੋ ਜਾਂਦਾ, ਇਸੇ ਤਰ੍ਹਾਂ ਆਪਣੇ ਚਿੱਤ ਨੂੰ ਭੌਰਾ ਬਣਾ ਲੈਂਦਾ ਹੈ। ਅਤੇ ਗੁਰੂ ਪਾਤਸ਼ਾਹ ਦੇ ਸ਼ਬਦ ਰੂਪ ਜਿਹੜੇ ਚਰਨ ਨੇ, ਉਹ ਕੌਲ ਫੁੱਲ ਹਨ, ਸ਼ਬਦ ਦੇ ਵਿੱਚ ਮਸਤ ਹੋ ਜਾਂਦਾ। ਜਿਵੇਂ ਭੌਰਾ ਮਕਰੰਦ ਰਸ ਪ੍ਰਾਪਤ ਕਰਦਾ ਹੈ, ਸ਼ਬਦ ਦੇ ਰਸ ਨੂੰ ਗੁਰੂ ਕਾ ਸਿੱਖ ਪ੍ਰਾਪਤ ਕਰਦਾ ਹੈ। ਇਹ ਛੇਵਾਂ ਗੁਣ ਹੈ। ਭਵਜਲ ਅੰਦਰ ਰਹਿ ਨਿਰੋਲਾ, ਸੰਸਾਰ ਦੇ ਵਿੱਚ ਰਹਿੰਦਾ ਹੋਇਆ ਨਿਰੋਲਾ, ਨਿਰਲੇਪ ਰਹਿੰਦਾ ਹੈ। ਪਦਾਰਥਾਂ ਦੇ ਨਾਲ ਉਹਦਾ ਮੋਹ ਨਹੀਂ ਹੁੰਦਾ, ਉਹ ਵੱਖਰਾ ਹੈ। ਜੀਵਨ ਮੁਕਤ ਸਜਾਵਾ ਚੋਲਾ। ਸੋ ਗੁਰੂ ਕੇ ਸਿੱਖ ਦਾ ਇਹ ਭਰੋਸਾ ਹੈ ਵੀ ਆਹ ਜਿਹੜੇ ਗੁਣ ਨੇ ਨਾ, ਇਹ ਜੀਵਨ ਮੁਕਤੀ ਦਾ ਸੱਚਾ ਚੋਲਾ ਹਨ, ਸੱਚਾ ਜਾਮਾ ਹਨ। ਇਹ ਸਰੀਰ ਰੂਪੀ ਚੋਲਾ
ਇਸੇ ਤਰ੍ਹਾਂ ਗੁਰਸਿੱਖੀ ਦੇ ਉੱਤੇ ਚੱਲ ਕੇ ਹੀ ਸਫਲ ਹੁੰਦਾ ਹੈ, ਉਹਦੇ ਅੰਦਰ ਇਹ ਭਰੋਸਾ ਹੁੰਦਾ ਹੈ। ਸੋ ਇਸ ਤਰ੍ਹਾਂ ਸਿੱਖ ਦੇ ਜੀਵਨ ਦੇ ਵਿੱਚ ਇਹ ਗੁਣ ਹੁੰਦੇ ਨੇ। ਸਦਾ ਗੁਰੂ ਦਾ ਦਰਸ਼ਨ ਵੇਖਦਾ ਹੈ, ਸ਼ਬਦ ਸੁਣਦਾ ਹੈ, ਸ਼ਬਦ ਦੇ ਨਾਲ ਜੁੜਿਆ ਰਹਿੰਦਾ ਹੈ ਔਰ ਆਪਣੇ ਜੀਵਨ ਨੂੰ ਪ੍ਰੇਮ ਦਾ ਪਿਆਲਾ ਪਿਆ ਕੇ, ਭਾਵ ਆਪ ਪ੍ਰੇਮ ਦਾ ਪਿਆਲਾ ਪੀ ਕੇ ਜੀਵਨ ਨੂੰ ਸਫਲ ਬਣਾ ਲੈਂਦਾ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਬਰੀਕ ਅਤੇ ਛੋਟੇ ਵਾਲ ਦਾ, ਕੇਸ ਦਾ ਉਦਾਹਰਣ ਦੇ ਕਰਕੇ ਸਾਨੂੰ ਸਮਝਾਉਂਦੇ ਹੈ। ਜਿਹੜੇ ਨਿੱਕੇ ਬਣਦੇ ਹੈ, ਨਿਮਰਤਾ ਧਾਰਨ ਕਰਦੇ ਹੈ, ਉਹ ਆਪਣੇ ਜੀਵਨ ਨੂੰ ਗੁਣਾਂ ਦੇ ਨਾਲ ਭਰਪੂਰ ਕਰਕੇ ਸਫਲ ਕਰਦੇ ਹੈ। ਸਿਰ ਵਿੱਚ ਨਿੱਕੈ ਵਾਲ ਹੋਏ, ਸਾਧੂ ਚਰਨ ਚਵਰ ਕਰ ਢਾਲੈ। ਭਾਈ ਸਾਹਿਬ ਜੀ ਫਰਮਾਉਂਦੇ, ਵੇਖੋ ਸਿਰ ਦੇ ਜਿਹੜੇ ਕੇਸ ਨੇ ਨਾ, ਬੜੇ ਪਤਲੇ ਬਰੀਕ ਨਿੱਕੇ ਹੁੰਦੇ ਹੈ ਔਰ ਜਿਹੜਾ ਭਾਵਨਾ ਵਾਲਾ ਸਿੱਖ ਹੈ ਨਾ, ਉਹਨੂੰ ਚਾਹੀਦਾ ਹੈ ਉਹਦੇ ਮਨ ਵਿੱਚ ਇਹ ਭਾਵਨਾ ਹੋਵੇ ਵੀ ਇਹ ਜਿਹੜੇ ਕੇਸ ਨੇ ਨਾ, ਇਹਨਾਂ ਦੇ ਨਾਲ ਨਾਮ ਰਸੀਏ। ਬੰਦਗੀ ਵਾਲੇ ਸਾਧੂ ਸਤਪੁਰਸ਼, ਜਿਹੜਾ ਪਰਮੇਸ਼ਰ ਦਾ ਰੂਪ ਹੈ, ਬੰਦਗੀ ਦੇ ਵਿੱਚ ਇੰਨਾ ਪੁੱਜਿਆ ਹੋਇਆ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੈ ਪਛਾਨੀ। ਇਹੋ ਜਿਹਾ ਸਾਧੂ ਸਤਪੁਰਸ਼ ਮਿਲੇ, ਚਾਹੀਦਾ ਕਹਿੰਦੇ ਉਹਦੇ ਚਰਨ ਝਾੜੇ ਕੇਸਾਂ ਨਾਲ, ਚਵਰ ਕਰ ਢਾਲੈ, ਜਾਂ ਫਿਰ ਇਹਨਾਂ ਦਾ ਚੌਰ ਬਣਾ ਕਰਕੇ ਉਹਦੇ ਸੀਸ ਦੇ ਉੱਤੇ ਝੁਲਾਵੇ। ਭਾਈ ਗੁਰਦਾਸ ਸਾਹਿਬ ਜੀ ਸਾਨੂੰ ਨਿਮਰਤਾ ਦਾ ਗੁਣ ਸਿਖਾ ਰਹੇ ਨੇ। ਇਹ ਅਤ ਦੀ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਹੈ। ਸੋ ਇਸ ਤਰ੍ਹਾਂ ਜਦੋਂ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਸੀ ਨਾ, ਬਾਬਾ ਸ਼੍ਰੀ ਚੰਦ ਜੀ ਨੇ ਇੰਨਾ ਦਾੜਾ ਕਿਉਂ ਵਧਾਇਆ, ਕਹਿਣ ਲੱਗੇ ਤੁਹਾਡੇ ਵਰਗੇ ਸਤਿਪੁਰਸ਼ਾਂ ਦੇ ਚਰਨ ਝਾੜਨ ਲਈ ਨਿਰੁੱਤਰ ਹੋ ਗਏ ਸੀ। ਬਾਬਾ ਸ਼੍ਰੀ ਚੰਦ ਜੀ ਨੇ ਮੱਥਾ ਟੇਕਿਆ, ਸਤਿਗੁਰੂ ਇੰਨੀ ਨਿਮਰਤਾ। ਸੋ ਇਹ ਨਿਮਰਤਾ ਦਾ ਸੂਚਕ ਹੈ। ਨਿਮਰਤਾ ਨੂੰ ਧਾਰਨ ਦਾ ਭਾਈ ਸਾਹਿਬ ਉਪਦੇਸ਼ ਦਿੰਦੇ ਹੈ ਵੀ ਵਾਲ ਵੇਖੋ ਨਿੱਕੇ ਨੇ, ਸ਼ੋਭਦੇ ਸੀਸ 'ਤੇ ਹਨ, ਅਤ ਬਰੀਕ ਹਨ ਔਰ ਭਾਵਨਾ ਵਾਲੇ ਇਹ ਚਾਹੁੰਦੇ ਹੈ ਕਿ ਸਾਧੂ ਦੇ ਚਰਨ ਝਾੜੇ ਜਾਣ ਜਾਂ ਚੌਰ ਬਣਾ ਕੇ ਚਲਾਇਆ ਜਾਵੇ। ਗੁਰ ਸਰ ਤੀਰਥ ਨਹਾਏ ਕੈ, ਅੰਜੂ ਭਰ ਭਰ ਪੈਰ ਪਖਾਲੈ। ਤੇ ਫਿਰ ਗੁਰ ਸਰ, ਗੁਰੂ ਸਰੋਵਰ ਹੈ, ਗੁਰੂ ਤੀਰਥ ਹੈ। ਇਸ ਸਰੋਵਰ 'ਤੇ, ਇਸ ਤੀਰਥ 'ਤੇ ਨਹਾ ਕੇ ਆਪਣੇ ਜੀਵਨ ਨੂੰ ਪਵਿੱਤਰ ਬਣਾਵੇ ਤੇ ਗੁਰੂ ਕਾ ਸਿੱਖ ਪ੍ਰੇਮ ਦੇ ਹੰਝੂਆਂ ਦੇ ਨਾਲ ਗੁਰੂ ਦੇ ਚਰਨਾਂ ਨੂੰ ਧੋਵੇ। ਅੰਜੂ ਭਰ ਭਰ ਪੈਰ ਪਖਾਲੈ, ਉਹਦੇ ਅੰਦਰ ਜੋ ਪ੍ਰੇਮ ਹੈ, ਪ੍ਰੇਮ ਦੇ ਹੰਝੂਆਂ ਦੇ ਨਾਲ ਚਰਨਾਂ ਨੂੰ ਧੋਵੇ, ਭਾਵ ਗਦ-ਗਦ ਹੋ ਕੇ ਬਹੁਤ ਪਿਆਰ, ਬਹੁਤ ਮੁਹੱਬਤ ਕਰੇ, ਪ੍ਰੀਤ ਕਰੇ ਗੁਰੂ ਦੇ ਨਾਲ। ਸਿੱਖ ਇਹੋ ਜਿਹਾ ਹੋਵੇ, ਉਹਦੇ ਅੰਦਰ ਗੁਰੂ ਦਾ ਪਿਆਰ ਹੋਵੇ। ਕਾਲੀ ਹੂੰ ਧੌਲੇ ਕਰੇ, ਚੱਲਣ ਜਾਣ ਨਿਸ਼ਾਨ ਸੰਭਾਲੈ। ਸੋ ਜਦੋਂ ਕੁਦਰਤ ਵੱਲੋਂ ਇਹ ਜਿਹੜੇ ਕਾਲੇ ਕੇਸ ਨੇ ਚਿੱਟੇ ਕਰ ਦਿੱਤੇ ਜਾਣ, ਕਾਲੀ ਹੂੰ ਧੌਲੇ ਕਰੇ, ਕਾਲੀ ਦਾੜੀ ਨੂੰ ਕੁਦਰਤ ਚਿੱਟੀ ਕਰ ਦੇਵੇ, ਚੱਲਣ ਜਾਣ ਨਿਸ਼ਾਨ ਸੰਭਾਲੈ, ਤੇ ਫਿਰ ਇਹਨੂੰ ਸੰਸਾਰ ਤੋਂ ਤੁਰਨ ਦੀ ਨਿਸ਼ਾਨੀ ਜਾਣੇ ਕਿ ਹੁਣ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ ਹੈ, ਮੈਨੂੰ ਤਿਆਰੀ ਕਰਨੀ ਚਾਹੀਦੀ ਹੈ ਸਾਰੀ, ਇੱਥੇ ਸਦਾ ਲਈ ਨਹੀਂ ਰਹਿਣਾ। ਅੱਗੋਂ ਨੇੜਾ ਆਇਆ, ਪਿੱਛਾ ਰਹਿਆ ਦੂਰ, ਕਿ ਹੁਣ ਅਗਲਾ ਜੀਵਨ ਦੇ ਅੰਤ ਦਾ ਸਮਾਂ ਨੇੜਾ ਆ ਗਿਆ ਹੈ। ਪਿਛਲਾ ਸਮਾਂ ਲੰਘ ਗਿਆ, ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢਾਪੇ ਦੀ ਦਹਿਲੀਜ਼ 'ਤੇ ਕਦਮ ਰੱਖ ਲਿਆ। ਇਹਦੇ ਤੋਂ ਅੱਗੇ ਤਾਂ ਮੌਤ ਹੀ ਹੈ। ਹੁਣ ਦੁਬਾਰਾ ਨਾ ਬਚਪਨ ਆਵੇਗਾ, ਨਾ ਜਵਾਨੀ ਆਵੇਗੀ। ਸੋ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਇਹ ਕੇਸ
ਕਾਲਿਆਂ ਤੋਂ ਜਦੋਂ ਚਿੱਟੇ ਹੋ ਜਾਂਦੇ ਆ ਨਾ ਕੁਦਰਤ ਵੱਲੋਂ, ਕੁਦਰਤੀ, ਤੇ ਫਿਰ ਬੰਦੇ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਹ ਜਾਣ ਦੀ ਨਿਸ਼ਾਨੀ ਹੈ। ਹੁਣ ਮੈਂ ਤਿਆਰੀਆਂ ਕਰਾਂ ਅੱਗੇ ਵਾਸਤੇ। ਸੋ ਇਸ ਤਰ੍ਹਾਂ ਆਪਣੇ ਮਨ ਵਿੱਚ ਇਹ ਸੋਚੇ ਤੇ ਨਾਮ ਨੂੰ ਸੰਭਾਲੇ, ਪਰਮਾਤਮਾ ਦਾ ਨਾਮ ਜਪੇ। ਪੈਰੀਂ ਪੈ ਪਾ ਖਾਕ ਹੋਏ, ਪੂਰਾ ਸਤਿਗੁਰ ਨਦਰ ਨਿਹਾਲੈ। ਤੇ ਹੋਰ ਕੀ ਕਰੇ ਸਿੱਖ? ਚਰਨ ਧੂੜ ਬਣ ਕੇ ਨਾ ਗੁਰਸਿੱਖਾਂ ਦੇ ਚਰਨੀ ਪਵੇ। ਤੇ ਜਦੋਂ ਇਸ ਤਰ੍ਹਾਂ ਸਮਝਦਾ ਹੈ, ਗੁਰਸਿੱਖਾਂ ਦਾ ਸਤਿਕਾਰ ਕਰਦਾ ਹੈ, ਸਿਮਰਨ ਕਰਦਾ ਹੈ, ਤਾਂ ਫਿਰ ਪੂਰਾ ਸਤਿਗੁਰੂ ਮਿਹਰ ਦੀ ਨਦਰ ਦੇ ਨਾਲ ਉਸ ਸਿੱਖ ਵੱਲ ਵੇਖਦਾ ਹੈ। ਨਾਨਕ ਨਦਰੀ ਨਦਰ ਨਿਹਾਲ, ਗੁਰੂ ਮਿਹਰ ਦੀ ਨਦਰ ਕਰਕੇ ਉਸ ਨੂੰ ਨਿਹਾਲ ਕਿਰਤਾਰਥ ਕਰ ਦਿੰਦਾ ਹੈ। ਕਾਗ ਕੁਮੰਤਹੁ ਪਰਮਹੰਸ, ਉਜਲ ਮੋਤੀ ਖਾਏ ਖਵਾਲੈ। ਹੋਰ ਸਿੱਖ ਨੇ ਕੀ ਕਰਨਾ ਹੈ? ਕਾਗ ਕੁਮੰਤਹੁ, ਕਾਗ ਦਾ ਅਰਥ ਹੁੰਦਾ ਕਾਂ, ਕੁਮੰਤਹੁ ਕੁਮੰਤਰੀ, ਖੋਟਾ ਵਜ਼ੀਰ ਜਿਹੜਾ ਹੈ। ਕਹਿੰਦੇ ਇਹ ਜਿਹੜਾ ਮਨ ਹੈ ਨਾ, ਇਹ ਕਾਲੇ ਕਾਂ ਦੀ ਨਿਆਈ ਹੈ। ਇਹ ਪਾਪਾਂ ਦੇ ਨਾਲ ਕਾਲਾ ਹੋਇਆ ਹੈ। ਜਿਵੇਂ ਕਾਂ ਗੰਦਗੀ ਖਾਂਦਾ ਨਾ, ਗੰਦਗੀ ਵਿੱਚ ਚੁੰਝਾਂ ਮਾਰਦਾ ਹੈ, ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਨਾ, ਕਾਂ ਦੀ ਨਿਆਈ, ਵਿਸ਼ੇ ਵਿਕਾਰਾਂ ਦੀ ਗੰਦਗੀ ਵਿੱਚ ਚੁੰਝਾਂ ਮਾਰਦਾ ਰਹਿੰਦਾ ਹੈ। ਤੇ ਕੁਮੰਤਹੁ, ਇਹ ਖੋਟੇ ਵਜ਼ੀਰ ਦੀ ਨਿਆਈ ਹੈ ਮਨ। ਭੈੜਾ ਵਜ਼ੀਰ ਸਰਕਾਰਾਂ ਡੋਬ ਕੇ ਰੱਖ ਦਿੰਦਾ ਹੈ। ਰਾਜੇ ਨੂੰ ਗਲਤ ਸਲਾਹ ਦੇ ਕੇ ਨਾ ਰਾਜੇ ਦਾ ਰਾਜ ਭਾਗ ਨਾਸ਼ ਕਰਵਾ ਦਿੰਦਾ ਹੈ। ਚੰਗਾ ਵਜ਼ੀਰ ਹੋਵੇ, ਚੰਗਾ ਸਲਾਹਕਾਰ ਹੋਵੇ, ਤੇ ਉਹ ਰਾਜੇ ਨੂੰ ਹੋਰ ਬੁਲੰਦੀਆਂ 'ਤੇ ਲੈ ਕੇ ਜਾਂਦਾ, ਉਹਦੇ ਰਾਜ ਭਾਗ ਨੂੰ ਸੋਹਣਾ ਸੁਚੱਜਾ ਬਣਾਉਣ ਦੇ ਵਿੱਚ ਮਦਦਗਾਰ ਸਾਬਤ ਹੁੰਦਾ। ਪਰ ਇਹ ਮਨ ਜਿਹੜਾ ਨਾ, ਕਾਂ ਦੀ ਨਿਆਈ ਹੈ, ਵਿਸ਼ਿਆਂ ਵਿੱਚ ਚੁੰਝਾਂ ਮਾਰਦਾ ਹੈ। ਭੈੜੇ ਮੰਤਰੀ ਦੀ ਨਿਆਈ ਹੈ, ਬੰਦੇ ਨੂੰ ਭੈੜੀ ਸਲਾਹ ਦਿੰਦਾ ਹੈ ਮਨ। ਤੇ ਜੇ ਮਨ ਦੇ ਪਿੱਛੇ ਲੱਗ ਕੇ ਬੰਦਾ ਤੁਰ ਪਿਆ ਫਿਰ ਤੇ ਜੀਵਨ ਦਾ ਬੇੜਾ ਡੁੱਬਿਆ ਹੀ ਹੈ। ਮਨ ਦੀਆਂ ਸਾਰੀਆਂ ਗੱਲਾਂ ਥੋੜ੍ਹੀ ਮੰਨਣ ਵਾਲੀਆਂ ਨੇ। ਮਨ ਤਾਂ ਗਲਤ ਸਲਾਹਾਂ ਦਿੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਇਹ ਜਿਹੜਾ ਮਨ ਹੈ ਨਾ, ਕਾਂ ਦੀ ਨਿਆਈ ਤੇ ਖੋਟੇ ਮੰਤਰੀ ਦੀ ਨਿਆਈ, ਪਰਮਹੰਸ, ਇਸ ਮਨ ਨੂੰ ਸਿੱਖ ਨੇ ਪਰਮਹੰਸ ਬਣਾਉਣਾ ਹੈ। ਮਨ ਨੂੰ ਨਿਰਮਲ ਹੰਸ ਵਰਗਾ ਬਣਾਉਣਾ ਹੈ। ਹੰਸ ਦੇ ਵਿੱਚ ਗੁਣ ਹੈ, ਉਹ ਮੋਤੀ ਚੁਗਦਾ ਹੈ। ਕਹਿੰਦੇ ਮਨ ਨੂੰ ਸ਼ਬਦ ਦੇ ਮੋਤੀ ਚੁਗਣ ਵਾਲਾ ਪਰਮਹੰਸ ਬਣਾ। ਇਹ ਜਿਹੜਾ ਮਨ ਹੈ, ਗੁਰੂ ਦੇ ਸ਼ਬਦ ਦੇ ਮੋਤੀਆਂ ਨੂੰ ਚੁਗੇ, ਇਹ ਸ਼ਬਦ ਦੀ ਖੁਰਾਕ ਨੂੰ ਗ੍ਰਹਿਣ ਕਰੇ। ਉਜਲ ਮੋਤੀ ਖਾਏ ਖਵਾਲੇ। ਤੇ ਸਿੱਖ ਨੇ ਮਨ ਨੂੰ ਪਰਮਹੰਸ ਬਣਾ ਕੇ ਸ਼ਬਦ ਦੇ ਉਜਲੇ ਨਿਰਮਲ ਮੋਤੀਆਂ ਨੂੰ ਖਾਣਾ ਹੈ ਤੇ ਹੋਰਾਂ ਦੇ ਤਾਈਂ ਵੀ ਖਵਾਉਣਾ ਹੈ। ਵਾਲਹੁ ਨਿੱਕੀ ਆਖੀਐ, ਗੁਰ ਸਿੱਖੀ ਸੁਣ ਗੁਰ ਸਿੱਖ ਪਾਲੈ। ਸੋ ਸੱਚ ਗੱਲ ਇਹ ਹੈ ਵੀ ਜਿਹੜੀ ਗੁਰਸਿੱਖੀ ਹੈ ਨਾ, ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਵਾਲ ਤੋਂ ਵੀ ਨਿੱਕੀ ਕਹੀ ਦੀ ਹੈ, ਬਹੁਤ ਕਠਨ ਘਾਲਣਾ ਵਾਲੀ ਹੈ। ਵਾਲ ਦੇ ਉੱਤੇ ਤਾਂ ਕੀੜੀ ਤੁਰ ਲੈਂਦੀ ਹੈ, ਮੱਛਰ ਬਹਿ ਜਾਂਦਾ ਹੈ ਵਾਲ 'ਤੇ। ਗੁਰਸਿੱਖੀ ਇਹਦੇ ਤੋਂ ਵੀ ਬਰੀਕ ਹੈ। ਇਹ ਘਾਲਣੀ ਬਹੁਤ ਕਠਨ ਹੈ। ਗੁਰਸਿੱਖੀ ਸੁਣ ਗੁਰਸਿੱਖ ਪਾਲੈ। ਗੁਰੂ ਦੀ ਸਿੱਖਿਆ ਨੂੰ ਸੁਣ ਕੇ ਗੁਰੂ ਦਾ ਸਿੱਖ ਪਾਲਦਾ ਹੈ। ਭਾਵ ਗੁਰੂ ਨੇ ਜੋ ਸਿੱਖਿਆ ਦਿੱਤੀ, ਮਰਿਆਦਾ ਦਿੱਤੀ, ਉਹਦੇ 'ਤੇ ਅਮਲ ਕਰਦਾ ਚੱਲਦਾ ਹੈ। ਗੁਰਸਿੱਖ ਲੰਘੈ ਪਿਰਮ ਪਿਆਲੈ। ਪ੍ਰੇਮ ਦੇ ਪਿਆਲੇ ਨੂੰ ਪੀ ਕੇ ਗੁਰੂ ਕਾ ਸਿੱਖ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਵਾਲ ਜੋ ਨਿੱਕਾ ਬਰੀਕ ਹੈ, ਉਹਦੀ ਉਦਾਹਰਣ ਦੇ ਕੇ ਸਮਝਾਇਆ, ਗੁਰਸਿੱਖੋ ਨਿਮਰਤਾ ਨੂੰ ਧਾਰੋ। ਫਿਰ ਵਾਲਾਂ ਤੋਂ ਸਿੱਖਿਆ ਦਿੱਤੀ ਕਿ ਜਦ ਇਹ ਚਿੱਟੇ ਹੋ ਜਾਂਦੇ ਨੇ, ਫਿਰ ਜਾਣ ਦੀ ਨਿਸ਼ਾਨੀ ਸਮਝ ਲਓ ਵੀ ਹੁਣ ਪਰਮਾਤਮਾ
ਦੀ ਬਖਸ਼ੀ ਹੋਈ ਆਰਬਲਾ ਨੂੰ ਭੋਗ ਕੇ ਅੱਗੇ ਤੁਰਨ ਦੀਆਂ ਤਿਆਰੀਆਂ ਕਰ ਲਵੋ। ਭਾਈ ਸਾਹਿਬ ਜੀ ਕਹਿੰਦੇ ਇਹ ਮਨ ਵਿੱਚ ਧਾਰ ਕੇ ਰੱਖੋ। ਸੋ ਇਸ ਤਰ੍ਹਾਂ ਇਹ ਪੌੜੀ ਦੇ ਵਿੱਚ ਭਾਈ ਸਾਹਿਬ ਨੇ ਸਾਨੂੰ ਸਿੱਖਿਆ ਬਖਸ਼ੀ ਹੈ। ਹੁਣ ਇਸ ਤੋਂ ਅਗਲੀ ਜਿਹੜੀ 19ਵੀਂ ਪੌੜੀ ਹੈ, ਭਾਈ ਸਾਹਿਬ ਜੀ ਪਰਮਾਤਮਾ ਬੇਅੰਤ ਹੈ, ਉਹਦੀ ਰਚਨਾ ਜਿਹੜੀ ਹੈ ਉਹਦਾ ਵੀ ਬੰਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਪੌੜੀ ਦੇ ਵਿੱਚ ਸਾਨੂੰ ਸਮਝਾਉਂਦੇ ਹੈ, ਗੁੱਲਰ ਅੰਦਰ ਭੁਣਹਣਾ, ਗੁੱਲਰ ਨੂੰ ਬ੍ਰਹਿਮੰਡ ਵਖਾਣੈ। ਭਾਈ ਗੁਰਦਾਸ ਸਾਹਿਬ ਜੀ ਨੂੰ ਜੇ ਪੁੱਛੀਏ, ਭਾਈ ਸਾਹਿਬ ਜੀ ਜਦੋਂ ਇਹ ਸ੍ਰਿਸ਼ਟੀ ਬਣੀ, ਸ੍ਰਿਸ਼ਟੀ ਸਾਜੀ ਗਈ, ਹਰੇਕ ਲੇਖਕ ਨੇ ਇਹ ਜਗਤ ਦੀ ਰਚਨਾ ਦੇ ਸਮੇਂ ਨੂੰ ਵੱਖ-ਵੱਖ ਤਰ੍ਹਾਂ ਬਿਆਨਿਆ ਹੈ। ਹਿੰਦੂ ਮਤ ਇਹ ਗੱਲ ਕਹਿੰਦਾ ਹੈ ਵੀ ਇਹ ਜਗਤ ਦੀ ਜਿਹੜੀ ਰਚਨਾ ਰਚੀ ਗਈ ਹੈ, ਇਸ ਨੂੰ 1 ਅਰਬ 96 ਕਰੋੜ 8,53,000 ਵਰ੍ਹੇ ਹੋ ਚੁੱਕੇ ਨੇ। ਉਹ ਇਹ ਗੱਲ ਮੰਨਦੇ ਹੈ। ਪਰ ਈਸਾਈ ਮਤ ਵਾਲੇ ਜਿਹੜੇ ਨੇ ਉਹ ਇੰਨਾ ਕਹਿੰਦੇ ਆ ਵੀ ਇਹ ਸ੍ਰਿਸ਼ਟੀ ਸਾਜੀ ਨੂੰ ਬਣੀ ਨੂੰ 6,000 ਵਰ੍ਹੇ ਹੋ ਗਏ ਹੈ। ਮੁਸਲਮਾਨੀ ਮਤ ਜਿਹੜਾ ਹੈ ਉਹ ਇਹ ਗੱਲ ਮੰਨਦੇ ਆ ਵੀ ਇਹ ਸ੍ਰਿਸ਼ਟੀ ਦੀ ਰਚਨਾ ਨੂੰ 14,000 ਵਰ੍ਹਾ ਬੀਤ ਚੁੱਕਿਆ ਹੈ, ਇੰਨਾ ਸਮਾਂ ਲੰਘ ਚੁੱਕਿਆ ਹੈ। ਅਤੇ ਫਿਰ ਜਦੋਂ ਪੱਛਮੀ ਲੇਖਕ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ, ਇੱਕ ਨਹੀਂ ਉੱਥੋਂ ਦੇ ਵੀ ਅਨੇਕਾਂ ਲੇਖਕ ਨੇ, ਉਹਨਾਂ ਵਿੱਚੋਂ ਕਈਆਂ ਨੇ ਲਿਖਿਆ ਵੀ ਇਹਨੂੰ 1.5 ਕਰੋੜ ਸਾਲ ਸ੍ਰਿਸ਼ਟੀ ਬਣੀ ਨੂੰ ਹੋ ਗਏ ਹੈ। ਪ੍ਰੋਫੈਸਰ ਕੇਰਲਾ ਜਿਹੜਾ ਉਹ ਇਹ ਦੁਨੀਆ ਬਣੀ ਨੂੰ 7 ਕਰੋੜ ਸਾਲ ਲਿਖਦਾ ਹੈ ਵੀ ਇੰਨਾ ਸਮਾਂ ਲੰਘ ਗਿਆ ਹੈ। ਇਸੇ ਤਰ੍ਹਾਂ ਫਿਰ ਵਿਲੀਅਮ ਟਾਮਸ, ਜਦੋਂ ਉਹਦੀ ਮੱਤ ਉਹਦੇ ਖਿਆਲਾਂ ਨੂੰ ਪੜ੍ਹਿਆ ਜਾਂਦਾ ਹੈ, ਉਹ ਦੱਸਦਾ ਹੈ ਵੀ 10 ਕਰੋੜ ਸਾਲ ਜਿਹੜੇ ਨੇ ਸ੍ਰਿਸ਼ਟੀ ਬਣੀ ਨੂੰ ਲੰਘ ਚੁੱਕੇ ਹੈ। ਸੋ ਇਉਂ ਜਗਤ ਦੀ ਰਚਨਾ ਬਾਰੇ ਸਾਰੇ ਵੱਖੋ ਵੱਖ ਖਿਆਲ ਕਰਦੇ ਹੈ। ਕੋਈ ਕਿੰਨਾ ਸਮਾਂ ਦੱਸਦਾ ਹੈ, ਕੋਈ ਕਿੰਨਾ ਦੱਸਦਾ ਹੈ, ਪਰ ਅਸਲ ਵਿੱਚ ਕਿੰਨਾ ਸਮਾਂ ਹੋ ਗਿਆ ਇਸ ਸ੍ਰਿਸ਼ਟੀ ਬਣੀ ਨੂੰ ਤੁਸੀਂ ਦੱਸ ਸਕਦੇ ਹੋ? ਤਾਂ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਗੁਰਬਾਣੀ ਦੇ ਵਿੱਚੋਂ ਇਹੀ ਦੱਸਦੇ ਹੈ, ਗੁਰਸਿੱਖੋ ਇਹ ਤਾਂ ਵੱਖੋ ਵੱਖਰੇ ਕਿਆਸ ਲਾਏ ਨੇ, ਇਹ ਕਦੋਂ ਬਣੀ ਇਹਨੂੰ ਤਾਂ ਮਾਲਕ ਹੀ ਜਾਣਦਾ ਹੈ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ। ਅਸੀਂ ਰੋਜ਼ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ, ਉਹ ਆਪ ਹੀ ਪਰਮਾਤਮਾ ਇਸ ਨੂੰ ਜਾਣਦਾ ਹੈ। ਉਸ ਨੇ ਇਹ ਸ੍ਰਿਸ਼ਟੀ ਕਦੋਂ ਸਾਜੀ ਹੈ। ਬੰਦੇ ਵੱਖੋ ਵੱਖਰੇ ਸਾਰਿਆਂ ਦੇ ਖਿਆਲ ਨੇ, ਉਹ ਦੱਸ ਨਹੀਂ ਸਕਦੇ। ਉਹ ਤਾਂ ਇਸ ਤਰ੍ਹਾਂ ਨੇ ਜਿਵੇਂ ਇੱਕ ਗੁੱਲਰ ਦੇ ਦਰਖਤ ਦੇ ਫਲ ਦੇ ਵਿੱਚ ਮੱਛਰ ਹੁੰਦਾ ਨਾ, ਉਹ ਉਸੇ ਨੂੰ ਬ੍ਰਹਿਮੰਡ ਸਮਝਦਾ ਹੈ। ਕਹਿੰਦੇ ਉਹ ਲੇਖਕ ਲਿਖਣ ਵਾਲੇ ਉਸ ਮੱਛਰ ਵਰਗੇ, ਉਸ ਕੀੜੇ ਵਰਗੇ ਹਨ ਜੋ ਗੁੱਲਰ ਨੂੰ ਬ੍ਰਹਿਮੰਡ ਸਮਝਦਾ ਹੈ। ਪਰ ਗੁੱਲਰ ਨੂੰ ਲੱਖਾਂ ਫਲ ਲੱਗਦੇ ਨੇ। ਫਿਰ ਕਈ ਬਾਗ, ਉਹਨਾਂ ਬਾਗਾਂ ਦੇ ਵਿੱਚ ਲੱਖਾਂ ਗੁੱਲਰ ਦੇ ਦਰਖਤ, ਲੱਖਾਂ ਹੀ ਬਾਗ ਨੇ ਇਸ ਸ੍ਰਿਸ਼ਟੀ 'ਤੇ। ਬ੍ਰਹਿਮੰਡ ਵਿੱਚ ਲੱਖਾਂ ਬਾਗ ਨੇ, ਲੱਖਾਂ ਹੀ ਬ੍ਰਹਿਮੰਡ ਹਨ, ਅਤੇ ਪਰਮੇਸ਼ਰ ਦੇ ਇੱਕ ਰੋਮ ਦੇ ਵਿੱਚ ਲੱਖਾਂ ਹੀ ਬ੍ਰਹਿਮੰਡ ਨੇ। ਇਹ ਕੋਈ ਹਿਸਾਬ ਕਿਤਾਬ ਵਿੱਚ ਕੋਈ ਗੱਲ ਨਹੀਂ ਆਉਂਦੀ, ਇਹ ਸਿਰਫ ਉਹਨਾਂ ਦੇ ਖਿਆਲ ਨੇ। ਪਰਮਾਤਮਾ ਆਪ ਬੇਅੰਤ ਹੈ, ਸ੍ਰਿਸ਼ਟੀ ਉਹਨੇ ਕਦੋਂ ਰਚੀ ਉਹ ਆਪ ਹੀ ਜਾਣਦਾ ਹੈ। ਹੁਣ ਭਾਈ ਸਾਹਿਬ ਜੀ ਸਾਨੂੰ ਸਮਝਾਉਂਦੇ ਹੈ, ਗੁੱਲਰ ਅੰਦਰ ਭੁਣਹਣਾ, ਗੁੱਲਰ ਨੂੰ ਬ੍ਰਹਿਮੰਡ ਵਖਾਣੈ। ਗੁੱਲਰ ਇੱਕ ਰੁੱਖ ਹੁੰਦਾ ਹੈ, ਬਹੁਤ ਵੱਡਾ ਹੁੰਦਾ ਹੈ, ਛੋਟੇ ਛੋਟੇ ਉਹਨੂੰ ਫਲ ਲੱਗਦੇ ਹੈ। ਜਿਵੇਂ ਬੋਹੜ ਹੁੰਦਾ ਨਾ, ਇਸ ਤਰ੍ਹਾਂ ਦਾ ਹੀ ਗੁੱਲਰ ਹੁੰਦਾ ਹੈ।
ਇੱਧਰ ਪਤਾ ਨਹੀਂ ਹੈ, ਯੂਪੀ ਵਿੱਚ ਬਹੁਤ ਨੇ, ਮੈਂ ਬਹੁਤ ਵੇਖੇ ਨੇ। ਗੁੱਲਰ ਅੰਦਰ ਭੁਣਹਣਾ, ਕਹਿੰਦੇ ਗੁੱਲਰ ਦੇ ਦਰਖਤ ਦੇ ਵਿੱਚ ਜਿਵੇਂ ਭੁਣਹਣਾ ਹੁੰਦਾ, ਉਹਦੇ ਵਿੱਚ ਨਾ ਛੋਟਾ ਜਿਹਾ ਇੱਕ ਮੱਛਰ ਵਾਂਗ ਕੀੜਾ ਹੁੰਦਾ, ਮੱਛਰ ਜਿਹਾ ਹੁੰਦਾ, ਉਹਨੂੰ ਭੁਣਹਣਾ ਕਹਿੰਦੇ ਹੈ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਗੁੱਲਰ ਦੇ ਦਰਖਤ ਵਿੱਚ ਉਹਦੇ ਫਲ ਦੇ ਵਿੱਚ ਛੋਟਾ ਕੀੜਾ ਹੁੰਦਾ ਹੈ, ਗੁੱਲਰ ਨੂੰ ਬ੍ਰਹਿਮੰਡ ਵਖਾਣਾ, ਉਹ ਉਸ ਗੁੱਲਰ ਨੂੰ ਹੀ ਬ੍ਰਹਿਮੰਡ ਕਹਿੰਦਾ ਹੈ, ਉਹਦੇ ਵਾਸਤੇ ਉਹੀ ਗੁੱਲਰ ਬ੍ਰਹਿਮੰਡ ਹੁੰਦਾ ਹੈ। ਗੁੱਲਰ ਲੱਗਣ ਲੱਖ ਫਲ, ਇੱਕ ਦੂ ਲੱਖ ਅਲਖ ਨਾ ਜਾਣੈ। ਫਿਰ ਇੱਕ ਗੁੱਲਰ ਨੂੰ ਲੱਖਾਂ ਹੀ ਫਲ ਲੱਗਦੇ ਆ, ਇੱਕ ਤੋਂ ਅੱਗੇ ਫਿਰ ਲੱਖਾਂ ਹੋ ਜਾਂਦੇ ਆ, ਤੇ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇੱਕ ਵਾਰਾਂ ਫਲ ਲੱਗ ਗਿਆ, ਫਿਰ ਲੈ ਗਿਆ, ਫਿਰ ਲੱਗਿਆ। ਉਹ ਜਿਹੜੇ ਗੁੱਲਰ ਦੇ ਫਲ ਹੁੰਦੇ ਆ, ਉਹ ਲੱਖਾਂ ਦੀ ਗਿਣਤੀ ਵਿੱਚ ਹੁੰਦੇ, ਇੱਕ ਤੋਂ ਅੱਗੇ ਫਿਰ ਲੱਖਾਂ ਹੋ ਜਾਂਦੇ ਆ, ਉਹ ਗਿਣਤੀ ਤੋਂ ਬਾਹਰੇ ਹੋ ਜਾਂਦੇ ਆ। ਲੱਖ ਲੱਖ ਬਿਰਖ ਬਗੀਚੇ ਆਹੋ, ਲੱਖ ਬਗੀਚੇ ਬਾਗ ਵਖਾਣੈ। ਲੱਖ ਲੱਖ ਬਿਰਖ ਬਗੀਚੇ ਆਹੋ, ਫਿਰ ਇੱਕ ਇੱਕ ਬਗੀਚੇ ਦੇ ਵਿੱਚ, ਇੱਕ ਇੱਕ ਬਾਗ ਦੇ ਵਿੱਚ ਲੱਖਾਂ ਰੁੱਖ ਹੁੰਦੇ ਹੈ। ਲੱਖ ਬਗੀਚੇ ਬਾਗ ਵਖਾਣੇ, ਤੇ ਇਸ ਸੰਸਾਰ ਦੇ ਵਿੱਚ ਲੱਖਾਂ ਹੀ ਬਗੀਚੇ ਨੇ, ਲੱਖਾਂ ਹੀ ਬਾਗ ਕਹੀਦੇ ਨੇ। ਕਿਹੜਾ ਕੋਈ ਇੱਕ ਬਾਗ ਹੈ? ਪਤਾ ਨਹੀਂ ਕਿੰਨੇ ਕੋਨਾਂ ਦੇ ਵਿੱਚ ਗੁੱਲਰ ਦੇ ਵੱਡੇ ਬ੍ਰਿਛ ਹਨ, ਉਹਨਾਂ ਨੂੰ ਫਲ ਕਿੰਨੇ ਲੱਗੇ, ਕੋਈ ਗਿਣਤੀ ਨਹੀਂ ਹੈ। ਲੱਖ ਬਾਗ ਬ੍ਰਹਿਮੰਡ ਵਿੱਚ, ਲੱਖ ਬ੍ਰਹਿਮੰਡ ਲੂਹ ਵਿੱਚ ਆਣੈ। ਤੇ ਇੱਕ ਬ੍ਰਹਿਮੰਡ ਦੇ ਵਿੱਚ ਲੱਖਾਂ ਹੀ ਬਾਗ ਹਨ। ਇੱਕ ਗੁੱਲਰ ਨੂੰ ਲੱਖਾਂ ਫਲ ਲੱਗਦੇ ਹੈ, ਇੱਕ ਤੋਂ ਲੱਖਾਂ ਹੋ ਜਾਂਦੇ ਅੱਗੇ। ਇੱਕ ਬਾਗ ਵਿੱਚ ਲੱਖਾਂ ਹੀ ਗੁੱਲਰ ਦੇ ਵੱਡੇ ਰੁੱਖ ਹੁੰਦੇ ਹੈ, ਤੇ ਬ੍ਰਹਿਮੰਡ ਦੇ ਵਿੱਚ ਲੱਖਾਂ ਹੀ ਬਾਗ ਹਨ ਗੁੱਲਰ ਦੇ। ਇਹ ਗਿਣਤੀ ਖਤਮ ਹੋ ਗਈ, ਗਿਣਤੀ ਗਿਣੀ ਨਹੀਂ ਜਾ ਸਕਦੀ। ਲੱਖ ਬਾਗ ਬ੍ਰਹਿਮੰਡ ਵਿੱਚ, ਤੇ ਇੱਕ ਬ੍ਰਹਿਮੰਡ ਦੇ ਵਿੱਚ ਲੱਖਾਂ ਹੀ, ਭਾਈ ਸਾਹਿਬ ਜੀ ਕਹਿੰਦੇ, ਬਾਗ ਹੁੰਦੇ ਹੈ। ਲੱਖ ਬ੍ਰਹਿਮੰਡ ਲੂਹ ਵਿੱਚ ਆਣੈ, ਤੇ ਲੱਖਾਂ ਬ੍ਰਹਿਮੰਡ ਪਰਮਾਤਮਾ ਦੇ ਇੱਕ ਰੋਮ ਦੇ ਵਿੱਚ ਹਨ। ਜਿਵੇਂ ਸਾਡੇ ਹੱਥਾਂ ਬਾਹਾਂ 'ਤੇ ਰੋਮ ਹੁੰਦੇ ਨਾ, ਕਹਿੰਦੇ ਉਹਦੇ ਇੱਕ ਪਰਮੇਸ਼ਰ ਦੇ ਇੱਕ ਰੋਮ ਦੇ ਵਿੱਚ, ਵੈਰਾਟ ਸਰੂਪ ਹੈ ਉਹਦਾ ਵੱਡਾ, ਇੱਕ ਰੋਮ ਦੇ ਵਿੱਚ ਲੱਖਾਂ ਹੀ ਬ੍ਰਹਿਮੰਡ ਹਨ। ਨਾ ਉਹਦਾ ਅੰਤ ਹੈ, ਨਾ ਉਹਦੀ ਰਚਨਾ ਦਾ ਅੰਤ ਹੈ। ਮਿਹਰ ਕਰੇ ਜੇ ਮਿਹਰਵਾਨ, ਗੁਰਮੁਖ ਸਾਧ ਸੰਗਤ ਰੰਗ ਮਾਣੈ। ਮਿਹਰਵਾਨ ਪਰਮਾਤਮਾ ਜੇ ਮਿਹਰ ਕਰੇ, ਤਾਂ ਜਿਹੜਾ ਗੁਰਮੁਖ ਹੈ ਨਾ, ਗੁਰੂ ਕਾ ਪਿਆਰਾ, ਉਹ ਸਾਧ ਸੰਗਤ ਵਿੱਚ ਜੁੜ ਕੇ ਉਹਦੇ ਨਾਮ ਜਪਣ ਦੇ ਆਨੰਦ ਨੂੰ ਮਾਣਦਾ ਹੈ, ਬਾਣੀ ਕੀਰਤਨ ਦੇ ਆਨੰਦ ਨੂੰ ਮਾਣਦਾ ਹੈ। ਉਹ ਇਸ ਗਿਣਤੀ ਮਿਣਤੀ 'ਚ ਪੈਂਦਾ ਹੀ ਨਹੀਂ ਹੈ। ਕਦੋਂ ਬਣੀ ਸ੍ਰਿਸ਼ਟੀ, ਕਿਹਨੇ ਬਣਾਈ, ਕਿਵੇਂ ਬਣੀ, ਉਹਨੂੰ ਬਸ ਨਾਮ ਜਪਦਾ ਹੈ। ਮਾਲਕ ਨੇ ਬਣਾਈ, ਕਦੋਂ ਬਣਾਈ ਉਹ ਜਾਣੇ। ਕਿਸੇ ਨੂੰ ਅੱਜ ਤੱਕ ਨਹੀਂ ਦੁਨੀਆ ਵਿੱਚ ਪਿਆ, ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਕਿਸੇ ਨੂੰ ਕੋਈ ਪਤਾ ਨਹੀਂ ਇਹ ਸ੍ਰਿਸ਼ਟੀ ਕਦੋਂ ਬਣੀ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਇਕ ਬਾਤ। ਸੋ ਕੋਈ ਇਹਦਾ ਅੰਤ ਹੀ ਨਹੀਂ ਹੈ। ਸੋ ਲੱਖਾਂ ਬ੍ਰਹਿਮੰਡ ਉਹਦੇ ਇੱਕ ਰੋਮ ਦੇ ਵਿੱਚ ਹਨ। ਉਹਨੂੰ ਬੇਅੰਤ ਜਾਣ ਕੇ, ਉਹਦੀ ਰਚਨਾ ਨੂੰ ਬੇਅੰਤ ਜਾਣ ਕੇ, ਜਿਹੜਾ ਗੁਰਸਿੱਖ ਹੈ ਉਹ ਸਾਧ ਸੰਗਤ ਵਿੱਚ ਜੁੜ ਕੇ ਨਾਮ ਦਾ ਰੰਗ ਆਨੰਦ ਮਾਣਦਾ ਹੈ। ਪੈਰੀਂ ਪੈ ਬਾ ਖਾਕ ਹੋਏ, ਸਾਹਿਬ ਦੇ ਚੱਲੇ ਉਹ ਭਾਣੈ। ਚਰਨ ਧੂੜ ਬਣ ਕੇ ਗੁਰੂ ਦੇ ਚਰਨਾਂ 'ਤੇ ਡਿੱਗ ਪੈਂਦਾ ਹੈ, ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ, ਅਤੇ ਮਾਲਕ ਦੇ ਭਾਣੇ ਵਿੱਚ ਚੱਲਦਾ, ਉਹਦੇ ਹੁਕਮ ਦੇ ਵਿੱਚ ਚੱਲਦਾ ਹੈ। ਹਉਮੈ ਜਾਏ ਤਾਂ ਜਾਏ ਸਿਆਣੈ। ਜਦੋਂ ਸਾਧ ਸੰਗਤ ਵਿੱਚ ਇਸ ਤਰ੍ਹਾਂ ਨਾਮ ਜਪਦਾ ਨਾ ਗੁਰੂ ਕਾ ਪਿਆਰਾ ਸਿੱਖ, ਤਾਂ ਉਹਦੇ ਅੰਦਰੋਂ ਹਉਮੈ ਚਲੀ ਜਾਂਦੀ ਹੈ। ਭਾਈ ਸਾਹਿਬ ਜੀ ਕਹਿੰਦੇ, ਜੇ ਹਉਮੈ ਜਾਵੇ ਤੇ ਤਾਂ ਹੀ ਆਪਣੇ ਸਵੈ ਸਰੂਪ ਜਗ੍ਹਾ ਦੀ ਇਹ ਸਿਆਣ ਪਛਾਣ ਕਰ ਲੈਂਦਾ ਹੈ।
ਨਹੀਂ ਤਾਂ ਇਹਨੂੰ ਆਪਣੇ ਆਪ ਦੀ ਵੀ ਅਤੇ ਆਪਣੇ ਸਵੈ ਸਰੂਪ ਦੀ ਕੋਈ ਪਛਾਣ ਨਹੀਂ ਹੁੰਦੀ। ਜਾਇਦ ਅਰਥ ਜਗ੍ਹਾ, ਉਸ ਥਾਂ ਨੂੰ ਪਛਾਣ ਲੈਂਦਾ ਹੈ ਜਿਹੜਾ ਇਹਦਾ ਨਿੱਜ ਘਰ ਹੈ, ਜਿਹੜਾ ਇਹਦਾ ਸਵੈ ਸਰੂਪ ਹੈ। ਹੁਣ ਅਗਲੀ ਪੌੜੀ ਦੇ ਵਿੱਚ ਭਾਈ ਸਾਹਿਬ ਜੀ ਸਾਨੂੰ ਦੂਜ ਦੇ ਚੰਦਰਮਾ ਦੀ ਉਦਾਹਰਣ ਦੇ ਕਰਕੇ ਸਿੱਖਿਆ ਬਖਸ਼ਦੇ ਨੇ। ਦੋਏ ਦੇਹ ਚੰਦ ਅਲੋਪ ਹੋਏ, ਤੀਏ ਦੇਹ ਚੜ੍ਹਦਾ ਹੋਏ ਨਿੱਕਾ। ਭਾਈ ਸਾਹਿਬ ਜੀ ਕਹਿੰਦੇ ਵੀ 2 ਦਿਨ ਚੰਦਰਮਾ ਅਲੋਪ ਰਹਿੰਦਾ, ਦਿਸਦਾ ਨਹੀਂ। ਇੱਕ ਮੱਸਿਆ ਵਾਲਾ ਦਿਨ ਅਤੇ ਇੱਕ ਏਕਮ ਵਾਲਾ ਦਿਨ। ਸੋ ਇਹ 2 ਦਿਨ ਅਲੋਪ ਰਹਿੰਦਾ, ਨਜ਼ਰ ਨਹੀਂ ਆਉਂਦਾ। ਤੀਏ ਦੇਹ ਚੜ੍ਹਦਾ ਹੋਏ ਨਿੱਕਾ, ਅਤੇ ਤੀਜੇ ਦਿਨ ਫਿਰ ਉਹ ਨਿੱਕਾ ਜਿਹਾ ਹੋ ਕੇ ਆਕਾਸ਼ ਵਿੱਚ ਉੱਗਦਾ ਚੜ੍ਹਦਾ ਹੈ। ਜਿਹੜਾ ਤੀਜਾ ਦਿਨ ਜਦੋਂ ਲੰਘ ਜਾਂਦਾ ਨਾ, ਰਾਤ ਆਉਂਦੀ ਹੈ, ਉਦੋਂ ਫਿਰ ਉਹ ਚੰਦਰਮਾ ਬਿਲਕੁਲ ਛੋਟਾ ਜਿਹਾ ਨਿੱਕਾ ਜਿਹਾ ਬਣ ਕੇ ਨਾ ਆਕਾਸ਼ ਦੇ ਵਿੱਚ ਦਿਸਦਾ ਹੈ। ਦੂਜ ਦਾ ਚੰਦਰਮਾ ਬਿਲਕੁਲ ਛੋਟਾ ਹੁੰਦਾ ਹੈ, ਜਿਹੜਾ ਤੀਜੀ ਰਾਤ ਨੂੰ ਚੜ੍ਹਦਾ ਹੈ। ਉੱਠ ਉੱਠ ਜਗਤ ਜੁਹਾਰਦਾ, ਗਗਨ ਮਹੇਸ਼ਵਰ ਮਸਤਕ ਟਿੱਕਾ। ਫਿਰ ਦੂਜ ਦੇ ਚੰਦ ਨੂੰ ਉੱਠ ਉੱਠ ਕੇ ਲੋਕ ਨਮਸਕਾਰਾਂ ਕਰਦੇ ਹੈ, ਚੰਦ ਨੂੰ ਸਿਰ ਝੁਕਾਉਂਦੇ ਹੈ, ਮੱਥੇ ਟੇਕਦੇ ਹੈ। ਗਗਨ ਮਹੇਸ਼ਵਰ ਮਸਤਕ ਟਿੱਕਾ, ਕਹਿੰਦੇ ਆਕਾਸ਼ ਜਿਹੜਾ ਨਾ ਮਹੇਸ਼ਰ, ਗਗਨ ਰੂਪੀ ਇਹ ਮਹੇਸ਼ ਸ਼ਿਵ ਹੈ। ਅਤੇ ਇਹ ਦੂਜ ਦਾ ਚੰਦਰਮਾ ਜਿਵੇਂ ਸ਼ਿਵ ਜੀ ਦੇ ਮੱਥੇ 'ਤੇ ਟਿੱਕਾ ਲੱਗਾ ਹੁੰਦਾ ਨਾ, ਕਹਿੰਦੇ ਆਕਾਸ਼ ਵਿੱਚ ਇਉਂ ਸ਼ੋਭਦਾ ਹੈ ਜਿਵੇਂ ਸ਼ਿਵ ਜੀ ਦੇ ਮੱਥੇ 'ਤੇ ਟਿੱਕਾ ਲੱਗਾ ਹੁੰਦਾ ਹੈ। ਐਸੀ ਸ਼ੋਭਾ ਹੁੰਦੀ ਹੈ ਦੂਜ ਦੇ ਚੰਦ ਦੀ। ਲੋਕ ਮੱਥੇ ਟੇਕਦੇ ਨੇ, ਹੈ ਨਿੱਕਾ ਪਰ ਨਮਸਕਾਰਾਂ ਕਰਦੇ। ਇਸੇ ਤਰ੍ਹਾਂ ਜਿਹੜਾ ਨਿਮਰਤਾ ਧਾਰਨ ਕਰਦਾ ਨਾ, ਸਿਮਰਨ ਕਰਦਾ, ਪਰਮੇਸ਼ਰ ਦਾ ਪਿਆਰਾ ਹੈ, ਉਹਨੂੰ ਸਾਰੇ ਨਮਸਕਾਰਾਂ ਕਰਦੇ ਨੇ। ਸੋ ਲਹਿ ਕਲਾ ਸੰਘਾਰੀਐ, ਸਫਲ ਜਨਮ ਸੋ ਹੈ ਕਲ ਇੱਕਾ। ਸੋ ਜਦੋਂ ਚੰਦਰਮਾ ਦੀਆਂ ਇੱਕ ਇੱਕ ਕਰਕੇ 16 ਕਲਾ ਜਿਹੜੀਆਂ ਨਾ ਖਤਮ ਹੋ ਜਾਂਦੀਆਂ ਨੇ, ਅਖੀਰ ਫਿਰ ਏਕਮ ਨੂੰ ਇੱਕ ਕਲਾ ਵਾਲਾ ਉਹਦਾ ਨਵਾਂ ਜਨਮ ਹੁੰਦਾ ਹੈ, ਅਤੇ ਫਿਰ ਉਹ ਸ਼ੋਭਦਾ ਹੈ, ਫਿਰ ਉਹ ਸਫਲਤਾ ਨੂੰ ਪ੍ਰਾਪਤ ਹੁੰਦਾ ਹੈ। 16 ਕਲਾ ਜਿਹੜੀਆਂ ਨਾ ਚੰਦਰਮਾ ਦੀਆਂ ਪੂਰੀਆਂ ਹੋ ਜਾਂਦੀਆਂ, ਉਦੋਂ ਹੀ ਉਹਨੂੰ ਫਿਰ ਜਦੋਂ ਗ੍ਰਹਿਣ ਲੱਗਣਾ ਹੁੰਦਾ ਕਿਤੇ, ਉਦੋਂ ਗ੍ਰਹਿਣ ਲੱਗਦਾ ਹੈ, ਅਤੇ ਫਿਰ ਉਹ ਏਕਮ ਤੋਂ ਨਵਾਂ ਜਨਮ ਹੁੰਦਾ ਹੈ, ਅਤੇ ਉਹ ਆਪਣੇ ਜੀਵਨ ਨੂੰ ਸਫਲ ਕਰਦਾ ਹੈ। ਅੰਮ੍ਰਿਤ ਕਿਰਨ ਸੁਹਾਵਣੀ, ਨਿੱਜਰ ਝਰੈ ਸਿੰਜੈ ਸਹਿ ਸਿੱਕਾ। ਚੰਦਰਮਾ ਦੀ ਜਿਹੜੀ ਅੰਮ੍ਰਿਤ ਕਿਰਨ ਹੈ ਬੜੀ ਸੁਹਾਵਣੀ ਸ਼ੋਭਨੀਕ ਹੁੰਦੀ ਹੈ। ਉਹਦੀਆਂ ਕਿਰਨਾਂ ਬਹੁਤ ਪਿਆਰੀਆਂ ਨੇ, ਠੰਡੀਆਂ ਨੇ। ਨਿੱਜਰ ਝਰੈ, ਇੱਕ ਰਸ ਉਹ ਧਰਤੀ 'ਤੇ ਪੈਂਦੀਆਂ ਨੇ। ਸਿੰਜੈ ਸਹਿ ਸਿੱਕਾ, ਅਤੇ ਸੈਂਕੜੇ ਹੀ ਦਰੱਖਤਾਂ ਨੂੰ, ਫਲਾਂ ਨੂੰ ਉਹ ਸਿੰਜ ਦਿੰਦੀਆਂ ਨੇ। ਚੰਦਰਮਾ ਦੀਆਂ ਕਿਰਨਾਂ ਦਰੱਖਤਾਂ ਦੇ ਪੱਤਿਆਂ, ਫਲਾਂ, ਫੁੱਲਾਂ ਦੇ ਵਿੱਚ ਰਸ ਭਰ ਦਿੰਦੀਆਂ ਨੇ। ਸੀਤਲ ਸਾਂਤ ਸੰਤੋਖ ਦੇ, ਸਹਿਜ ਸੰਜੋਗੀ ਰਤਨ ਅਮਿਕਾ। ਚੰਦਰਮਾ ਜਿਹੜਾ ਹੈ ਨਾ, ਉਹ ਸ਼ੀਤਲਤਾ ਦਿੰਦਾ ਹੈ, ਸ਼ਾਂਤੀ ਦਿੰਦਾ ਹੈ, ਸੰਤੋਖ ਦਿੰਦਾ ਹੈ। ਸਹਿਜ ਸੰਜੋਗੀ ਰਤਨ ਅਮਿਕਾ, ਅਮਿਕਾ ਤੋਂ ਭਾਵ ਅਮੋਲਕ। ਚੰਦਰਮਾ ਜਿਹੜਾ ਹੈ ਸਹਿਜ ਦੇ ਸੰਜੋਗ ਦਾ ਅਮੋਲਕ ਰਤਨ ਹੈ। ਸੋ ਉਹਦੀ ਜਿਹੜੀ ਚਾਨਣੀ ਹੁੰਦੀ ਹੈ, ਉਹਦੀ ਰੌਸ਼ਨੀ, ਉਹ ਵੀ ਬੜੀ ਪਿਆਰੀ ਲੱਗਦੀ ਹੈ। ਸ਼ੀਤਲਤਾ ਹੈ, ਸ਼ਾਂਤੀ ਅਤੇ ਸੰਤੋਖ ਇਹਨਾਂ ਨੂੰ ਦੇਣ ਵਾਲਾ ਹੈ। ਸਹਿਜ ਦਾ ਸੰਜੋਗ ਬਣਾਉਣ ਵਾਲਾ ਇਹ ਅਮੋਲਕ ਰਤਨ ਹੈ। ਕਰੇ ਅੰਧੇਰਹੁ ਚਾਨਣਾ, ਡੋਰ ਚਕੋਰ ਧਿਆਨ ਧਰ ਛਿੱਕਾ। ਫਿਰ ਇਹ ਚੰਦਰਮਾ ਹਨੇਰੇ ਦੇ ਵਿੱਚ ਚਾਨਣ ਕਰਦਾ ਹੈ, ਅਤੇ ਜਿਹੜਾ ਚਕੋਰ ਹੈ ਨਾ, ਉਹ ਪਿਆਰ ਸੁਰਤ ਦੀ ਡੋਰ ਨਾਲ ਚੰਦ ਵੱਲ ਖਿੱਚਿਆ ਰਹਿੰਦਾ ਹੈ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਉਹਦੀ ਪ੍ਰੀਤ ਹੈ ਚੰਦ ਦੇ ਨਾਲ, ਇੱਕ ਟੱਕ
ਚਕੋਰ ਜਿਹੜਾ ਨਾ ਉਹਦੇ ਵੱਲ ਖਿੱਚਿਆ ਰਹਿੰਦਾ ਹੈ। ਆਪ ਗਵਾਏ ਅਮੋਲ ਮਣਿਕਾ। ਇਸ ਤਰ੍ਹਾਂ ਆਪਾ ਗਵਾ ਕੇ ਹੀ ਇਹ ਚੰਦ ਅਮੋਲਕ ਮਾਣਕ ਵਰਗਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਇਆ, ਵੇਖੋ 2 ਦਿਨ ਅਲੋਪ ਰਿਹਾ, ਦੂਜ ਦਾ ਚੜ੍ਹਦਾ ਚੰਦ ਉਹਨੂੰ ਲੋਕ ਮੱਥੇ ਟੇਕਦੇ ਨੇ, ਨਮਸਕਾਰਾਂ ਕਰਦੇ ਨੇ, ਫਿਰ ਇਹ ਸ਼ੀਤਲਤਾ, ਸ਼ਾਂਤੀ, ਠੰਡਕ ਬਖਸ਼ਦਾ ਹੈ। ਇਹਦੀਆਂ ਕਿਰਨਾਂ ਫਲਾਂ ਦੇ ਵਿੱਚ, ਫਸਲਾਂ ਦੇ ਵਿੱਚ ਰਸ ਭਰਦੀਆਂ ਨੇ। ਚਕੋਰ ਇਹਦੇ ਧਿਆਨ ਦੇ, ਪ੍ਰੇਮ ਦੇ ਵਿੱਚ ਖਿੱਚਿਆ ਰਹਿੰਦਾ, ਉੱਧਰ ਹੀ ਤੱਕਦਾ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਬਿਲਕੁਲ ਨਿਮਾਣੇ ਬਣ ਜਾਂਦੇ ਨੇ, ਨਿਮਰਤਾ ਧਾਰਨ ਕਰਦੇ ਨੇ ਅਤੇ ਫਿਰ ਸਾਧਨਾ ਕਰਦੇ ਨੇ, ਉਹ ਸ਼ਾਂਤੀ, ਸੀਤਲਤਾ, ਸੰਤੋਖ ਇਤਿਆਦਿ ਗੁਣਾਂ ਦੇ ਦਾਤੇ ਬਣ ਜਾਂਦੇ ਹੈ। ਫਿਰ ਲੋਕ ਧਿਆਨ ਧਰਦੇ ਹੈ ਉਹਨਾਂ ਦਾ, ਭਾਵ ਉਹਨਾਂ ਦੇ ਦਰਸ਼ਨ ਕਰਦੇ ਹੈ। ਉਹਨਾਂ ਨੇ ਆਪਾ ਭਾਵ ਗਵਾਇਆ ਹੁੰਦਾ ਅਤੇ ਅਮੋਲਕ ਮਾਣਕ ਬਣ ਕਰਕੇ ਉਹ ਆਪਣੇ ਜੀਵਨ ਨੂੰ ਸਫਲ ਕਰਦੇ ਹੈ ਅਤੇ ਹੋਰਾਂ ਦੇ ਜੀਵਨ ਦੇ ਵਿੱਚ ਵੀ ਨਾਮ ਦਾ ਰਸ ਭਰਦੇ ਹੈ। ਹੁਣ ਇਹ ਚੌਥੀ ਵਾਰ ਦੀ ਅਖੀਰਵੀਂ 21ਵੀਂ ਪੌੜੀ ਹੈ। ਭਾਈ ਗੁਰਦਾਸ ਸਾਹਿਬ ਜੀ ਦੱਸਦੇ ਨੇ, ਨਿਮਾਣੇ ਹੋ ਕਰਕੇ, ਨਿਮਰਤਾ ਨੂੰ ਧਾਰ ਕੇ ਜਿਹੜੇ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ, ਪ੍ਰਮਾਤਮਾ ਉਹਨਾਂ 'ਤੇ ਮਿਹਰ ਕਰਦਾ, ਅਚਲ ਪਦਵੀ ਉਹਨਾਂ ਨੂੰ ਬਖਸ਼ਦਾ ਹੈ। ਹੋਏ ਨਿਮਾਣਾ ਭਗਤ ਕਰ, ਗੁਰਮੁਖ ਧਰੂ ਹਰ ਦਰਸ਼ਨ ਪਾਇਆ। ਕਹਿੰਦੇ ਧਰੂ ਭਗਤ ਵੱਲ ਵੇਖੋ, ਉਹਨੇ ਨਿਮਾਣਾ ਹੋ ਕਰਕੇ ਪਰਮਾਤਮਾ ਦੀ ਭਗਤੀ ਕੀਤੀ ਅਤੇ ਗੁਰਮੁਖ ਬਣ ਗਿਆ ਧਰੂ। ਪਰਮੇਸ਼ਰ ਦਾ ਦਰਸ਼ਨ ਪਾ ਲਿਆ ਉਹਨੇ ਗੁਰਮੁਖ ਬਣ ਕੇ। ਸੋ ਧਰੂ ਭਗਤ ਦੀ ਕਥਾ ਤਕਰੀਬਨ ਸਾਰਿਆਂ ਨੂੰ ਪਤਾ, ਸਾਰਿਆਂ ਨੇ ਸੁਣੀ ਹੈ। ਮਤਰੇਈ ਮਾਂ ਨੇ ਪਿਓ ਦੀ ਗੋਦ ਵਿੱਚੋਂ ਫੜ ਕੇ ਉਠਾ ਦਿੱਤਾ ਸੀ ਕਿ ਜੇ ਪਿਤਾ ਦੀ ਗੋਦ ਵਿੱਚ ਬਹਿਣਾ ਸੀ ਤਾਂ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਮਾਂ ਸਿਆਣੀ ਸੀ, ਉਹਨੇ ਕਿਹਾ ਵੀ ਤੂੰ ਬੰਦਗੀ ਕਰ, ਸਾਰੇ ਵੈਰੀ ਮਿੱਤਰ ਬਣ ਜਾਂਦੇ ਹੈ, ਰਾਜ ਭਾਗ ਵੀ ਮਿਲ ਜਾਂਦਾ ਹੈ, ਪਾਪੀ ਵੀ ਪਵਿੱਤਰ ਹੋ ਜਾਂਦੇ ਹੈ। 5 ਸਾਲਾਂ ਦਾ ਬੰਦਗੀ ਕਰਨ ਦੇ ਵਿੱਚ ਰੁੱਝ ਗਿਆ। ਸੋ ਨਿਮਾਣਾ ਹੋ ਕੇ ਭਗਤ ਧਰੂ ਨੇ ਬੰਦਗੀ ਕੀਤੀ, ਗੁਰਮੁਖ ਬਣ ਕੇ ਹਰੀ ਦੇ ਦਰਸ਼ਨ ਉਹਨੇ ਪ੍ਰਾਪਤ ਕੀਤੇ। ਭਗਤ ਵਸ਼ਲ ਹੋਏ ਭੇਟਿਆ, ਮਾਣ ਨਿਮਾਣੇ ਆਪ ਦਿਵਾਇਆ। ਸੋ ਭਗਤ ਵਸ਼ਲ, ਭਗਤੀ ਨੂੰ ਪਿਆਰ ਕਰਨ ਵਾਲਾ ਪਰਮਾਤਮਾ, ਜਦੋਂ ਧਰੂ ਨੇ ਭਗਤੀ ਕੀਤੀ, ਧਰੂ ਭਗਤ ਨੂੰ ਭੇਟਿਆ, ਮਿਲਿਆ, ਧਰੂ ਦਾ ਮਿਲਾਪ ਹੋਇਆ ਪ੍ਰਭੂ ਪਰਮੇਸ਼ਰ ਨਾਲ। ਮਾਣ ਨਿਮਾਣੇ ਆਪ ਦਿਵਾਇਆ, ਪਰਮੇਸ਼ਰ ਨੇ ਨਿਮਾਣੇ ਨੂੰ ਆਪ ਬਹੁਤ ਵੱਡਾ ਮਾਣ ਦਿਵਾਇਆ, ਉਹਨੂੰ ਬਹੁਤ ਸਤਿਕਾਰ ਧਰੂ ਨੂੰ ਦਿਵਾਇਆ। ਮਾਤ ਲੋਕ ਵਿੱਚ ਮੁਕਤ ਕਰ, ਨਿਹਚਲ ਵਾਸ ਅਗਾਸ ਚੜ੍ਹਾਇਆ। ਬੰਦਗੀ ਕਰਦਾ ਰਿਹਾ ਧਰੂ ਭਗਤ, ਰਾਜ ਭਾਗ ਵੀ ਮਿਲਿਆ ਉਹਨੂੰ ਅਤੇ ਮੁਕਤ ਵੀ ਹੋ ਗਿਆ। ਇਸ ਮਾਤ ਲੋਕ ਦੇ ਵਿੱਚ ਪਰਮਾਤਮਾ ਨੇ ਬੰਦਗੀ ਦੀ ਸਦਕਾ, ਭਗਤੀ ਸਦਕਾ ਉਹਨੂੰ ਮੁਕਤ ਕਰ ਦਿੱਤਾ। ਨਿਹਚਲ ਵਾਸ ਆਗਾਸ ਚੜ੍ਹਾਇਆ, ਅਤੇ ਫਿਰ ਆਕਾਸ਼ ਵਿੱਚ ਚੜ੍ਹਾ ਕੇ ਨਿਹਚਲ ਸਦੀਵੀ ਵਾਸ ਦਿੱਤਾ, ਚਲਾਏ ਮਾਨ ਤੋਂ ਰਹਿਤ। ਭਗਤ ਧਰੂ ਨੂੰ ਸਦਾ ਲਈ ਅਟਲ ਕੀਤਾ। ਚੰਦ ਸੂਰਜ 33 ਕਰੋੜ, ਪਰ ਦੱਖਣਾ ਚੌਫੇਰ ਫਿਰਾਇਆ। ਫਿਰ ਧਰੂ ਤਾਰਾ ਹੋ ਕੇ ਉਹ ਆਕਾਸ਼ ਦੇ ਵਿੱਚ ਸੋਭਿਆ। ਚੰਦਰਮਾ, ਸੂਰਜ ਅਤੇ 33 ਕਰੋੜ ਦੇਵੀ ਦੇਵਤੇ ਸਾਰਿਆਂ ਤੋਂ ਧਰੂ ਦੀ ਪਰਿਕਰਮਾ ਕਰਾਈ, ਸਾਰੇ ਧਰੂ ਦੀ ਪਰਿਕਰਮਾ ਕਰਦੇ ਹੈ। ਐਸਾ ਸਤਿਕਾਰ ਉਸ ਨੂੰ ਦਿਵਾਇਆ ਪਰਮੇਸ਼ਰ ਨੇ। ਵੇਦ ਪੁਰਾਣ ਵਖਾਣ ਦੇ, ਪ੍ਰਗਟ ਕਰ ਪ੍ਰਤਾਪ ਜਣਾਇਆ। ਭਾਈ ਸਾਹਿਬ ਜੀ ਕਹਿੰਦੇ ਵੇਦ ਪੁਰਾਣ ਵੀ ਇਸ ਕਥਾ ਨੂੰ ਵਖਿਆਨ ਕਰਦੇ ਹੈ। ਧਰੂ ਭਗਤ ਦੀ ਕਥਾ ਨੂੰ ਵੇਦਾਂ ਅਤੇ ਪੁਰਾਣਾਂ ਨੇ ਵੀ ਕਿਹਾ ਹੈ। ਪਰਮਾਤਮਾ ਨੇ ਉਹਦੇ ਤੇਜ ਪ੍ਰਤਾਪ ਨੂੰ ਪ੍ਰਗਟ ਕਰਕੇ ਸਾਰਿਆਂ ਦੇ ਵਿੱਚ ਜਣਾ ਦਿੱਤਾ ਹੈ। ਅਵਗਤ ਗਤ ਅਤ ਅਗਮ ਹੈ, ਅਕਥ ਕਥਾ ਵਿਚਾਰ ਨ ਆਇਆ। ਪਰਮੇਸ਼ਰ ਜਿਹੜਾ ਹੈ ਨਾ,
ਉਹਦੀ ਗਤ, ਉਹਦੀ ਅਵਸਥਾ ਬਹੁਤ ਹੀ ਜ਼ਿਆਦਾ ਮਨ ਦੀ ਪਹੁੰਚ ਤੋਂ ਪਰੇ ਹੈ। ਉਹਦੀ ਅਵਸਥਾ ਨੂੰ, ਪਰਮੇਸ਼ਰ ਨੂੰ ਪੂਰਨ ਤੌਰ 'ਤੇ ਕੋਈ ਨਹੀਂ ਜਾਣ ਸਕਦਾ। ਉਹ ਬੇਅੰਤ ਹੈ, ਅਕਥ ਕਥਾ ਵਿਚਾਰ ਨਾ ਆਇਆ। ਉਹਦੀ ਕਥਾ ਅਕਥ ਹੈ, ਕਥਨ ਤੋਂ ਪਰੇ ਹੈ। ਉਹਦੀ ਵਿਚਾਰ ਦਾ ਵੀ ਕੋਈ ਅੰਤ ਨਹੀਂ ਕਿਸੇ ਨੂੰ ਆਇਆ। ਸੋ ਉਹ ਬੇਅੰਤ ਹੈ। ਗੁਰਮੁਖ ਸੁਖ ਫਲ ਅਲਖ ਲਖਾਇਆ। ਸੋ ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ ਅਤੇ ਅਲਖ ਪਰਮਾਤਮਾ ਨੇ ਆਪਣਾ ਆਪ ਉਹਨਾਂ ਨੂੰ ਲਿਖਾ ਦਿੱਤਾ ਹੈ, ਜਣਾ ਦਿੱਤਾ ਹੈ। ਗੁਰਮੁਖਾਂ ਨੇ ਪਰਮੇਸ਼ਰ ਨੂੰ ਜਾਣਿਆ ਅਤੇ ਬੰਦਗੀ ਕਰਕੇ ਪਰਮੇਸ਼ਰ ਦੇ ਵਿੱਚ ਅਭੇਦ ਹੋਏ ਨੇ। ਅਚਲ ਪਦਵੀ ਗੁਰਮੁਖਾਂ ਨੂੰ ਪ੍ਰਾਪਤ ਹੋਈ ਹੈ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂ ਵਾਸਤੇ ਸੁਮਤ ਬਖਸ਼ਣੀ। ਅਵਗਤ ਗਤ ਅਤੇ ਅਗਮ ਹੈ, ਅਕਥ ਕਥਾ ਵਿਚਾਰ ਨ ਆਇਆ। ਗੁਰਮੁਖ ਸੁਖ ਫਲ ਅਲਖ ਲਖਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਰੀ ਗਤ ਨਿਤ ਤੁਮਈ